ਰਵਿੰਦਰ ਸਿੰਘ ਸੋਢੀ ਦੇ ਕਹਾਣੀ ਸੰਗ੍ਰਹਿ ਹੱਥਾਂ 'ਚੋਂ ਗਿਰਦੀ ਰੇਤ ਵਿਚਲੀ ਕਹਾਣੀ। ਇੱਕ ਲੰਬਾ ਹੌਂਕਾ। ਮੋਬਾਈਲ ਦੀ ਘੰਟੀ ਫਿਰ ਵੱਜੀ। ਅਜੀਤ ਨੇ ਮੋਬਾਈਲ ਵੱਲ ਦੇਖਿਆ ਪਰ ਚੁੱਕਿਆ ਨਹੀਂ। ਪਿਛਲੇ ਅੱਧੇ ਘੰਟੇ ਤੋਂ ਇੱਕੋ ਨੰਬਰ ਤੋਂ 5-6 ਕਾਲ ਆ ਚੁੱਕੀਆਂ ਸੀ, ਪਰ ਅਜੀਤ ਨੇ ਇੱਕ ਵਾਰ ਵੀ ਗੱਲ ਨਹੀਂ ਕੀਤੀ ਸੀ। ਉਸ ਦੇ ਬੈੱਡ ਦੇ ਨਾਲ ਪਏ ਛੋਟੇ ਮੇਜ਼ 'ਤੇ ਇੱਕ ਪੈਗ ਵੀ ਬਣਾਇਆ ਪਿਆ ਸੀ। ਉਸਨੇ ਅਜੇ ਤੱਕ ਪੈਗ ਨੂੰ ਵੀ ਮੂੰਹ ਨਹੀਂ ਸੀ ਲਾਇਆ। ਉਹ ਸਾਹਮਣੇ ਕੰਧ 'ਤੇ ਲੱਗੀ ਸੀਮਾ ਦੀ ਫੋਟੋ ਨੂੰ ਵਾਰ-ਵਾਰ ਨਿਹਾਰ ਰਿਹਾ ਸੀ। ਕਦੇ ਬੈੱਡ 'ਤੇ ਪਈ ਸੀਮਾ ਦੀ ਫਰੇਮ ਵਿੱਚ ਜੜੀ ਫੋਟੋ ਨੂੰ ਦੋਵੇਂ ਹੱਥਾਂ ਨਾਲ ਚੁੱਕ ਕੇ ਉਸ ਵੱਲ ਟਿਕ-ਟਿਕੀ ਲਾ ਕੇ ਦੇਖਣ ਲੱਗ ਜਾਂਦਾ। ਅਜਿਹਾ ਕਰਦੇ ਉਸ ਦਾ ਗੱਚ ਭਰ ਆਉਂਦਾ। ਅਜੇ ਸਾਲ ਕੁ ਪਹਿਲਾਂ ਦੀ ਤਾਂ ਗੱਲ ਹੈ ਕਿ ਉਸ ਦੀ ਪਤਨੀ ਸੀਮਾ ਇਸੇ ਬੈੱਡ ਦੇ ਦੂਜੇ ਪਾਸੇ ਪਈ ਹੁੰਦੀ ਸੀ। ਭਾਵੇਂ ਬਿਮਾਰੀ ਕਾਰਨ ਉਹ ਬਹੁਤਾ ਤੁਰ ਫਿਰ ਤਾਂ ਨਹੀਂ ਸੀ ਸਕਦੀ, ਪਰ ਅਜੀਤ ਲਈ ਇਹੋ ਬਹੁਤ ਸੀ ਕਿ ਸੀਮਾ ਦਾ ਸਾਥ ਤਾਂ ਹੈ। ਅੱਜ ਪੁਰਾਣੀਆਂ ਯਾਦਾਂ ਨੇ ਅਜੀਤ ਦੇ ਦਿਲ ਦਿਮਾਗ ਵਿੱਚ ਇੱਕ ਬੇਚੈਨੀ ਜਿਹੀ ਪੈਦਾ ਕਰ ਦਿੱਤੀ। ਅਜੀਤ ਅਤੇ ਸੀਮਾ ਆਪਣੀ ਇਕਲੌਤੀ ਬੇਟੀ ਰਾਵੀਆ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਸੀ। ਰਾਵੀਆ ਨੇ ਯੂਨੀਵਰਸਿਟੀ ਦੇ 2 ਸਾਲ ਪੂਰੇ ਕਰਨ ਤੋਂ ਬਾਅਦ ਵਕਾਲਤ ਦੀ ਅਗਲੀ ਪੜ੍ਹਾਈ ਲਈ ਨਿਊਯਾਰਕ ਦੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਅਜੀਤ ਅਤੇ ਸੀਮਾ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਹ ਸ਼ਿਕਾਗੋ ਦੀ ਹੀ ਕਿਸੇ ਚੰਗੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰੇ, ਪਰ ਰਾਵੀਆ ਨਹੀਂ ਸੀ ਮੰਨੀ। ਉਹ ਅਮਰੀਕਾ ਦੀ ਮੰਨੀ ਪ੍ਰਮੰਨੀ ਯੂਨੀਵਰਸਿਟੀ ਤੋਂ ਹੀ ਵਕਾਲਤ ਦੀ ਪੜ੍ਹਾਈ ਕਰਨੀ ਚਾਹੁੰਦੀ ਸੀ। ਨਿਊਯਾਰਕ ਵਿੱਚ ਪੜ੍ਹਾਈ ਅਤੇ ਰਹਿਣ ਦਾ ਖਰਚਾ ਬਹੁਤ ਸੀ। ਖਰਚੇ ਦੀ ਤਾਂ ਉਹਨਾਂ ਨੂੰ ਬਹੁਤੀ ਪਰਵਾਹ ਨਹੀਂ ਸੀ, ਕਿਉਂਕਿ ਅਜੀਤ ਦੀ ਮਿਲਵਾਕੀ ਵਿੱਚ ਅਕਾਊਂਟੈਂਸੀ ਦੀ ਆਪਣੀ ਫਰਮ ਸੀ ਅਤੇ ਸੀਮਾ ਦੀ ਨਰਸਿੰਗ ਦੀ ਨੌਕਰੀ। ਭਾਵੇਂ ਹੁਣ ਉਹ ਹਫ਼ਤੇ ਵਿੱਚ 2 ਜਾਂ 3 ਵਾਰ ਹੀ ਕੰਮ 'ਤੇ ਜਾਂਦੀ। ਉਹ ਚਾਹੁੰਦੇ ਸੀ ਕਿ ਰਾਵੀਆ ਕਿਤੇ ਨੇੜੇ ਹੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਵੇ, ਤਾਂ ਜੋ ਉਹ ਮਹੀਨੇ ਵਿੱਚ 2 ਕੁ ਵਾਰ ਉਸ ਨੂੰ ਮਿਲ ਆਇਆ ਕਰਨ। ਅਖੀਰ ਰਾਵੀਆ ਦੀ ਗੱਲ ਉਹਨਾਂ ਨੂੰ ਮੰਨਣੀ ਹੀ ਪਈ। ਕਈ ਵਾਰ ਜਦੋਂ ਜ਼ਿੰਦਗੀ ਵਿੱਚ ਮੋੜ ਆਉਣ ਲੱਗ ਜਾਣ ਤਾਂ ਜ਼ਿੰਦਗੀ ਦੀ ਚਾਲ ਹੀ ਬਦਲ ਜਾਂਦੀ ਹੈ। ਰਾਵੀਆ ਘਰੋਂ ਦੂਰ ਕੀ ਗਈ। ਅਜੀਤ ਤੇ ਸੀਮਾ ਲਈ ਸਮਾਂ ਬਤੀਤ ਕਰਨਾ ਹੀ ਮੁਸ਼ਕਲ ਹੋ ਗਿਆ। ਅਜੀਤ ਤਾਂ ਫਿਰ ਵੀ ਸਾਰਾ ਦਿਨ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ, ਪਰ ਸੀਮਾ ਲਈ ਘਰ ਇਕੱਲੇ ਰਹਿਣਾ ਮੁਸ਼ਕਲ ਹੋ ਗਿਆ ਸੀ। ਇਹ ਨਹੀਂ ਕਿ ਪਹਿਲਾਂ ਰਾਵੀਆ ਸਾਰਾ ਦਿਨ ਮਾਂ ਕੋਲ ਹੀ ਬੈਠੀ ਰਹਿੰਦੀ ਸੀ। ਉਸ ਦਾ ਅੱਧਾ ਦਿਨ ਤਾਂ ਯੂਨੀਵਰਸਿਟੀ ਵਿੱਚ ਹੀ ਲੰਘ ਜਾਂਦਾ। ਘਰ ਆ ਕੇ ਉਹ ਅਤੇ ਉਸ ਦੀਆਂ ਕਿਤਾਬਾਂ। ਹਫ਼ਤੇ ਵਿੱਚ 4 ਦਿਨ ਉਹ ਸਵੀਮਿੰਗ ਲਈ ਜਾਂਦੀ। ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ। ਘਰ ਬੈਠੀ ਆਪਣੀ ਕੋਈ ਨਾ ਕੋਈ ਅਸਾਈਨਮੈਂਟ ਪੂਰੀ ਕਰਦੀ ਰਹਿੰਦੀ। ਸ਼ਨੀਚਰ ਐਤਵਾਰ ਤਾਂ ਉਹ ਆਪਣੀਆਂ ਫਰੈਂਡਸ ਨਾਲ ਕਦੇ ਆਊਟਿੰਗ ਅਤੇ ਕਦੇ ਕਿਸੇ ਸੋਸ਼ਲ ਵਰਕ ਲਈ ਘਰੋਂ ਬਾਹਰ ਹੀ ਰਹਿੰਦੀ, ਪਰ ਫਿਰ ਵੀ ਸੀਮਾ ਨੂੰ ਉਸ ਦੀ ਉਡੀਕ ਹੁੰਦੀ। ਰਾਵੀਆ ਦੇ ਨਿਊਯਾਰਕ ਜਾਣ ਤੋਂ ਬਾਅਦ ਇਹ ਉਡੀਕ ਵੀ ਖਤਮ ਹੋ ਗਈ। ਸੀਮਾ ਨੂੰ ਇਕੱਲੀ ਬੈਠੀ ਨੂੰ ਡਿਪਰੈਸ਼ਨ ਹੋਣ ਲੱਗ ਪੈਂਦਾ। ਅਜੀਤ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਘਰ ਜਲਦੀ ਆਉਣਾ ਸ਼ੁਰੂ ਕਰ ਦਿੱਤਾ। ਉਸਨੇ ਸੀਮਾ ਨੂੰ ਕਈ ਵਾਰ ਕਿਹਾ ਕਿ ਉਹ ਆਪਣੇ ਕੰਮ 'ਤੇ ਜ਼ਿਆਦਾ ਜਾਇਆ ਕਰੇ ਤਾਂ ਜੋ ਉਸ ਦਾ ਦਿਲ ਲੱਗਿਆ ਰਹੇ, ਪਰ ਉਹ ਨਾ ਮੰਨੀ। ਅਜੀਤ ਨੇ ਆਪਣੇ ਕਰੀਬੀ ਮਿੱਤਰ ਡਾਕਟਰ ਰਾਘਵ ਨੂੰ ਫੋਨ ਕਰਕੇ ਸੀਮਾ ਸੰਬੰਧੀ ਗੱਲ ਕੀਤੀ। ਰਾਘਵ ਨੇ ਉਸ ਨੂੰ 2 ਦਿਨ ਬਾਅਦ ਆਉਣ ਲਈ ਕਿਹਾ। ਨਿਸ਼ਚਿਤ ਦਿਨ ਅਜੀਤ ਅਤੇ ਸੀਮਾ ਡਾਕਟਰ ਰਾਘਵ ਦੇ ਕਲੀਨਿਕ ਪਹੁੰਚ ਗਏ। ਡਾਕਟਰ ਰਾਘਵ ਨੇ ਸੀਮਾ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਅਤੇ ਕਈ ਕੁਝ ਪੁੱਛਿਆ। ਸੀਮਾ ਨੇ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਉਸ ਨੂੰ ਭੁੱਖ ਵੀ ਘੱਟ ਲੱਗ ਰਹੀ ਹੈ, ਥਕਾਵਟ ਵੀ ਜਲਦੀ ਹੋ ਜਾਂਦੀ ਹੈ ਅਤੇ ਉਸ ਨੂੰ ਮਹਿਸੂਸ ਹੋ ਰਿਹਾ ਕਿ ਜਿਵੇਂ ਉਸ ਦੇ ਕੱਪੜੇ ਵੀ ਖੁੱਲ੍ਹੇ ਹੋ ਰਹੇ ਹਨ। ਰਾਘਵ ਨੇ ਜਦੋਂ ਸੀਮਾ ਦਾ ਭਾਰ ਚੈੱਕ ਕੀਤਾ ਤਾਂ ਪਿਛਲੀ ਰੂਟੀਨ ਚੈੱਕਅਪ ਤੋਂ ਉਸ ਦਾ ਭਾਰ ਤਕਰੀਬਨ 6 ਕਿਲੋ ਘੱਟ ਸੀ। ਡਾਕਟਰ ਰਾਘਵ ਕੁਝ ਫਿਕਰਮੰਦ ਜਿਹਾ ਹੋ ਗਿਆ। ਉਸ ਨੇ ਸੀਮਾ ਨੂੰ ਕੁਝ ਟੈਸਟ ਦੱਸੇ ਅਤੇ ਬਾਇਓਪਸੀ ਕਰਾਉਣ ਲਈ ਵੀ ਕਿਹਾ। ਹਫ਼ਤੇ ਕੁ ਬਾਅਦ ਜਦੋਂ ਡਾਕਟਰ ਕੋਲ ਸੀਮਾ ਦੀਆਂ ਰਿਪੋਰਟਾਂ ਪਹੁੰਚੀਆਂ ਤਾਂ ਉਹ ਵੀ ਘਬਰਾ ਗਿਆ। ਉਸਨੇ 2-3 ਵਾਰ ਰਿਪੋਰਟਾਂ ਦੇਖੀਆਂ ਅਤੇ ਨਾਲ ਦੀ ਨਾਲ ਅਜੀਤ ਨੂੰ ਫੋਨ ਕੀਤਾ ਕਿ ਦਫ਼ਤਰ ਤੋਂ ਵਿਹਲਾ ਹੋ ਕੇ ਉਸ ਨੂੰ ਕਲੀਨਿਕ ਵਿੱਚ ਮਿਲੇ। ਅਜੀਤ ਰਾਘਵ ਦੀ ਗੱਲ ਸੁਣ ਕੇ ਕੁਝ ਘਬਰਾ ਗਿਆ। ਉਹ ਦਫ਼ਤਰੋਂ ਜਲਦੀ ਹੀ ਡਾਕਟਰ ਰਾਘਵ ਕੋਲ ਪਹੁੰਚ ਗਿਆ। ਰਾਘਵ ਅਜੇ ਆਪਣੇ ਮਰੀਜ਼ਾਂ ਨੂੰ ਦੇਖ ਰਿਹਾ ਸੀ। ਤਕਰੀਬਨ ਅੱਧੇ ਘੰਟੇ ਬਾਅਦ ਜਦੋਂ ਉਹ ਵਿਹਲਾ ਹੋਇਆ ਤਾਂ ਅਜੀਤ ਡਾਕਟਰ ਨੂੰ ਮਿਲ ਸਕਿਆ। ਅਜੀਤ ਨੂੰ ਦੇਖ ਕੇ ਰਾਘਵ ਨੇ ਉਸ ਨੂੰ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਆਪਣੇ ਕੰਪਿਊਟਰ ਤੋਂ ਸੀਮਾ ਦੀਆਂ ਰਿਪੋਰਟਾਂ ਵਾਲੀ ਫਾਈਲ ਖੋਲ੍ਹ ਲਈ, ਪਰ ਬੋਲਿਆ ਕੁਝ ਨਹੀਂ। ਡਾਕਟਰ ਰਾਘਵ ਦੀ ਚੁੱਪ ਤੋਂ ਅਜੀਤ ਘਬਰਾ ਗਿਆ ਅਤੇ ਬੋਲਿਆ, ਸੁੱਖ ਤਾਂ ਹੈ। ਸੁੱਖ ਹੁੰਦੀ ਤਾਂ ਤੈਨੂੰ ਇਕੱਲੇ ਨੂੰ ਨਾ ਬੁਲਾਉਂਦਾ। ਕੀ ਗੱਲ, ਸਮਥਿੰਗ ਸੀਰੀਅਸ? ਨਾਟ ਓਨਲੀ ਸੀਰੀਅਸ ਬਟ ਵੈਰੀ ਸੀਰੀਅਸ। ਇਹ ਕਹਿੰਦੇ ਰਾਘਵ ਆਪਣੀ ਕੁਰਸੀ ਤੋਂ ਉੱਠਿਆ ਅਤੇ ਅਜੀਤ ਕੋਲ ਆ ਗਿਆ। ਉਸ ਦੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗਿਆ,
Seema is diagnosed with blood cancer and that too with advanced stage. Oh no, Raghav, no. Sorry, Ajit. ਤੈਨੂੰ ਝੂਠੀ ਤਸੱਲੀ ਨਹੀਂ ਦੇ ਸਕਦਾ. And problem is this, Seema herself is a nurse and we can't keep it a secret. Moreover, patient ਤੋਂ ਸੱਚਾਈ ਲੁਕਾਉਣੀ ਵੀ ਨਹੀਂ ਚਾਹੀਦੀ. ਜਿੰਨੀ ਜਲਦੀ ਹੋ ਸਕੇ ਪੇਸ਼ੈਂਟ ਨੂੰ ਅਸਲੀ ਬਿਮਾਰੀ ਦਾ ਪਤਾ ਲੱਗਣਾ ਹੀ ਚਾਹੀਦਾ ਹੈ. ਇੱਕ ਵਾਰ ਉਸਨੂੰ ਸ਼ੌਕ ਤਾਂ ਲੱਗਣਾ ਚਾਹੀਦਾ, ਪਰ ਹੌਲੀ ਹੌਲੀ ਉਹ ਬਿਮਾਰੀ ਨੂੰ ਫੇਸ ਕਰਨ ਲਈ ਮੈਂਟਲੀ ਤਿਆਰ ਹੋ ਜਾਂਦਾ ਹੈ. ਇਲਾਜ, ਅਜੀਤ ਦੇ ਮੂੰਹੋਂ ਸਿਰਫ ਇੱਕ ਸ਼ਬਦ ਹੀ ਮੁਸ਼ਕਲ ਨਾਲ ਨਿਕਲਿਆ. ਕੁਝ ਹੋਰ ਟੈਸਟ ਕਰਾਉਣੇ ਪੈਣਗੇ, ਉਹਨਾਂ ਦੀਆਂ ਰਿਪੋਰਟਾਂ ਤੋਂ ਬਾਅਦ ਦੇਖਦੇ ਹਾਂ, ਇਹ ਕਹਿ ਕੇ ਡਾਕਟਰ ਚੁੱਪ ਕਰ ਗਿਆ. ਉਸਨੇ ਅਜੀਤ ਦੇ ਦੋਵੇਂ ਮੋਢਿਆਂ 'ਤੇ ਹੱਥ ਰੱਖਦਿਆਂ ਕਿਹਾ, ਅਜੀਤ, ਆਮ ਲੋਕਾਂ ਦੀ ਨਜ਼ਰ ਵਿੱਚ ਮੈਡੀਕਲ ਸਾਇੰਸ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ, ਪਰ ਬੀਇੰਗ ਏ ਡਾਕਟਰ ਆਈ ਨੋ ਵੈਰੀ ਵੈਲ ਦੈਟ ਫਾਰ ਦ ਟਾਈਮ ਬੀਇੰਗ ਮੈਡੀਕਲ ਸਾਇੰਸ ਹੈਜ਼ ਇਟਸ ਓਨ ਲਿਮਿਟੇਸ਼ਨਸ. ਯੂ ਆਰ ਵੈਰੀ ਕਲੋਜ਼ ਟੂ ਮੀ. ਵੀ ਵਿਲ try our best to save Seema. But her reports are not favorable. I don't want to give you a false hope. This is very clear. ਮੈਂ ਬਲੱਡ ਕੈਂਸਰ ਦੇ ਸਪੈਸ਼ਲਿਸਟ ਡਾਕਟਰ ਰੂਦਰਫੋਰਡ ਨਾਲ ਕੇਸ ਡਿਸਕਸ ਕੀਤਾ ਹੈ. ਉਸਨੂੰ ਸਾਰੀਆਂ ਰਿਪੋਰਟਾਂ ਭੇਜ ਦਿੱਤੀਆਂ ਹਨ. ਉਸਨੂੰ ਰਿਕੁਐਸਟ ਕੀਤੀ ਹੈ ਕਿ ਜਲਦੀ ਹੀ ਸੀਮਾ ਨੂੰ ਚੈੱਕ ਕਰਕੇ ਟ੍ਰੀਟਮੈਂਟ ਸ਼ੁਰੂ ਕਰੇ. ਲੈਟਸ ਵੇਟ ਫਾਰ ਹਿਸ ਕਾਲ. 2 ਦਿਨਾਂ ਬਾਅਦ ਹੀ ਡਾਕਟਰ ਰੂਦਰਫੋਰਡ ਦਾ ਫੋਨ ਆ ਗਿਆ. ਉਸਨੇ ਅਗਲੇ ਦਿਨ ਹੀ ਸੀਮਾ ਨੂੰ ਬੁਲਾਇਆ ਸੀ. ਸੀਮਾ ਨੂੰ ਪਤਾ ਸੀ ਕਿ ਰੂਦਰਫੋਰਡ ਤਾਂ ਬਲੱਡ ਕੈਂਸਰ ਦਾ ਸਭ ਤੋਂ ਵਧੀਆ ਡਾਕਟਰ ਹੈ. ਉਸ ਕੋਲੋਂ ਤਾਂ 2-3 ਮਹੀਨੇ ਤੋਂ ਪਹਿਲਾਂ ਟਾਈਮ ਹੀ ਨਹੀਂ ਮਿਲਦਾ. ਉਹ ਹੈਰਾਨ ਹੋਈ ਕਿ ਉਹ ਡਾਕਟਰ ਰੂਦਰਫੋਰਡ ਕੋਲ ਕਿਉਂ ਜਾ ਰਹੇ ਹਨ. ਉਸਨੇ ਅਜੀਤ ਨੂੰ ਪੁੱਛਿਆ ਵੀ, ਪਰ ਅਜੀਤ ਨੇ ਗੋਲ-ਮੋਲ ਜਵਾਬ ਦਿੱਤਾ ਕਿ ਰਾਘਵ ਨੇ ਹੀ ਰੈਫਰ ਕੀਤਾ. ਸੀਮਾ ਦਿਲ ਹੀ ਦਿਲ ਘਬਰਾ ਗਈ ਕਿ ਕੀ ਉਸਨੂੰ ਬਲੱਡ ਕੈਂਸਰ ਹੈ, ਅਤੇ ਜੇ ਹੈ ਤਾਂ ਕਿਹੜੀ ਸਟੇਜ. ਉਸਨੂੰ ਮਹਿਸੂਸ ਹੋਇਆ ਕਿ ਅਜੀਤ ਪਿਛਲੇ 4-5 ਦਿਨਾਂ ਤੋਂ ਕੁਝ ਚੁੱਪ-ਚੁੱਪ ਸੀ. ਕੀ ਅਜੀਤ ਨੂੰ ਉਸਦੀ ਬਿਮਾਰੀ ਦਾ ਪਤਾ ਹੈ, ਅਤੇ ਜੇ ਪਤਾ ਹੈ ਤਾਂ ਉਸਨੇ ਗੱਲ ਕਿਉਂ ਨਹੀਂ ਕੀਤੀ. ਸੀਮਾ ਨੇ ਇਹ ਅੰਦਾਜ਼ਾ ਤਾਂ ਲਾ ਲਿਆ ਕਿ ਕੁਝ ਗੜਬੜ ਤਾਂ ਹੈ. ਨਰਸ ਹੋਣ ਕਰਕੇ ਉਸਨੂੰ ਪਿਛਲੇ ਕੁਝ ਦੇਰ ਤੋਂ ਆਪਣੇ ਸਰੀਰ ਦੀਆਂ ਬਦਲਦੀਆਂ ਹਲਾਮਤਾਂ ਯਾਦ ਆਉਣ ਲੱਗੀਆਂ ਅਤੇ ਸ਼ੱਕ ਹੋਇਆ ਕਿ ਉਸਨੂੰ ਬਲੱਡ ਕੈਂਸਰ ਹੈ. ਜਦੋਂ ਡਾਕਟਰ ਰਾਘਵ ਨੇ ਬਾਇਓਪਸੀ ਕਰਾਉਣ ਲਈ ਕਿਹਾ ਸੀ, ਉਸ ਵੇਲੇ ਵੀ ਉਸਨੂੰ ਕੋਈ ਸ਼ੱਕ ਪਿਆ ਸੀ. ਅਗਲੇ ਦਿਨ ਜਦੋਂ ਸੀਮਾ ਅਤੇ ਅਜੀਤ ਡਾਕਟਰ ਰੂਦਰਫੋਰਡ ਕੋਲ ਪਹੁੰਚੇ ਤਾਂ ਡਾਕਟਰ ਦੇ ਪਹਿਲੇ ਵਾਕ ਨੂੰ ਸੁਣ ਕੇ ਹੀ ਸੀਮਾ ਸੁੰਨ ਹੋ ਗਈ. ਸੌਰੀ ਸੀਮਾ, ਯੂ ਆਰ ਡਾਇਗਨੋਜ਼ਡ ਵਿਦ leukemia. Dr. Raghav has done right thing by recommending biopsy also. I am recommending 2 more tests and after that I will start my treatment. But one thing is very clear, that there is no other option than, as you are a qualified nurse, you know very well about the side effects of chemo. Be brave and keep your willpower strong. ਇਸ ਤੋਂ ਬਾਅਦ ਡਾਕਟਰ ਨੇ ਹੋਰ ਕਈ ਗੱਲਾਂ ਪੁੱਛੀਆਂ. ਕਈ ਗੱਲਾਂ ਦਾ ਜਵਾਬ ਸੀਮਾ ਦਿੰਦੀ ਰਹੀ ਅਤੇ ਕਈ ਵਾਰ ਉਸ ਦੀ ਥਾਂ ਅਜੀਤ ਨੂੰ ਜਵਾਬ ਦੇਣਾ ਪੈਂਦਾ, ਕਿਉਂਕਿ ਸੀਮਾ ਕੁਝ ਬੋਲ ਨਾ ਸਕਦੀ. ਡਾਕਟਰ ਤੋਂ ਵਾਪਸ ਆਉਂਦੇ ਹੋਏ ਸੀਮਾ ਨੇ ਕੋਈ ਗੱਲ ਨਾ ਕੀਤੀ. ਉਹ ਅਗਲੀ ਸੀਟ 'ਤੇ ਬੈਠਣ ਦੀ ਥਾਂ ਪਿਛਲੀ ਸੀਟ 'ਤੇ ਹੀ ਲੰਬੀ ਪੈ ਗਈ. ਅਜੀਤ ਨੂੰ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਉਸ ਸੀਮਾ ਨਾਲ ਕੀ ਗੱਲ ਕਰੀ. ਅਜੀਤ ਸਮਝ ਰਿਹਾ ਸੀ ਕਿ ਸੀਮਾ ਦੀ ਮਨੋਦਸ਼ਾ ਉਸ ਵੇਲੇ ਕਿਉਂ ਜੀ ਸੀ. ਅਚਾਨਕ ਹੀ ਬਲੱਡ ਕੈਂਸਰ ਦਾ ਨਾਂ ਸੁਣ ਕੇ ਉਸ ਦਾ ਚੁੱਪ ਹੋ ਜਾਣਾ ਕੁਦਰਤੀ ਹੀ ਸੀ. ਸੀਮਾ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਜਿਹਾ ਪਸਰ ਗਿਆ. ਕਾਰ ਦੀ ਪਿਛਲੀ ਸੀਟ 'ਤੇ ਪਈ ਨੂੰ ਲੱਗਿਆ ਜਿਵੇਂ ਉਹ ਕਿਸੇ ਡੂੰਘੀ ਖਾਈ ਵਿੱਚ ਰੁੜਦੀ ਜਾ ਰਹੀ ਹੈ. ਉਹ ਆਪਣੇ ਹੱਥਾਂ ਨਾਲ ਕਿਸੇ ਸਹਾਰੇ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸਦੇ ਹੱਥਾਂ ਵਿੱਚ ਕੁਝ ਵੀ ਨਹੀਂ ਆ ਰਿਹਾ. ਉਹ ਅਜੀਤ ਅਤੇ ਰਾਬੀਆ ਨੂੰ ਆਵਾਜ਼ਾਂ ਮਾਰ ਰਹੀ ਹੈ, ਪਰ ਉਸਦੀ ਆਵਾਜ਼ ਨਹੀਂ ਸੀ ਨਿਕਲ ਰਹੀ. ਕਦੇ ਉਸਨੂੰ ਲੱਗਦਾ ਜਿਵੇਂ ਕੋਈ ਵੱਡਾ ਸਾਰਾ ਪੰਛੀ ਉਸਨੂੰ ਆਪਣੇ ਪੰਜਿਆਂ ਵਿੱਚ ਵਸਾ ਕੇ ਅਸਮਾਨ ਵੱਲ ਉੱਡ ਰਿਹਾ ਹੈ. ਉਹ ਉਸਦੇ ਪੰਜਿਆਂ ਤੋਂ ਨਿਕਲਣ ਲਈ ਹੱਥ ਪੈਰ ਮਾਰ ਰਹੀ ਸੀ, ਪਰ ਪੰਜਿਆਂ ਦੀ ਪਕੜ ਹੋਰ ਸਖਤ ਹੁੰਦੀ ਗਈ. ਉਹ ਦੇਖ ਰਹੀ ਸੀ ਕਿ ਅਜੀਤ ਅਤੇ ਰਾਬੀਆ ਹੇਠਾਂ ਖੜ੍ਹੇ ਹਨ, ਪਰ ਉਸਨੂੰ ਬਚਾਉਣ ਲਈ ਕੁਝ ਨਹੀਂ ਕਰ ਰਹੇ. ਕਾਰ ਚਲਾਉਂਦੇ ਹੋਏ ਅਜੀਤ ਨੇ ਕਈ ਵਾਰ ਪਿੱਛੇ ਮੁੜ ਕੇ ਦੇਖਿਆ. ਉਸਨੂੰ ਆਪ ਵੀ ਭੈੜੇ ਭੈੜੇ ਖਿਆਲ ਆ ਰਹੇ ਸੀ. ਉਹ ਗੱਡੀ ਵੀ ਮੁਸ਼ਕਲ ਨਾਲ ਚਲਾ ਰਿਹਾ ਸੀ. ਉਹ ਚਾਹੁੰਦਾ ਸੀ ਕਿ ਕਿਤੇ ਗੱਡੀ ਖੜੀ ਕਰਕੇ ਕੁਝ ਦੇਰ ਆਰਾਮ ਕਰ ਲੇ, ਪਰ ਫਿਰ ਖਿਆਲ ਆਇਆ ਕਿ ਘਰ ਜਲਦੀ ਪਹੁੰਚ ਕੇ ਸੀਮਾ ਨੂੰ ਆਰਾਮ ਨਾਲ ਬੈੱਡ 'ਤੇ ਪਾਇਆ ਜਾਵੇ. ਥੋੜ੍ਹੀ ਦੇਰ ਬਾਅਦ ਹੀ ਉਹ ਘਰ ਪਹੁੰਚ ਗਿਆ. ਸੀਮਾ ਕਾਰ ਦੀ ਪਿਛਲੀ ਸੀਟ 'ਤੇ ਹੀ ਪਈ ਰਹੀ, ਜਿਵੇਂ ਸੌਂ ਗਈ ਹੋਵੇ. ਅਜੀਤ ਨੇ 1-2 ਆਵਾਜ਼ਾਂ ਵੀ ਮਾਰੀਆਂ, ਪਰ ਸੀਮਾ ਨਾ ਉੱਠੀ. ਅਜੀਤ ਨੇ ਕਾਰ ਨੂੰ ਗਰਾਜ ਵਿੱਚ ਲਾਉਣ ਨਾਲੋਂ ਡਰਾਈਵ-ਵੇ 'ਤੇ ਹੀ ਖੜਾ ਕਰ ਦਿੱਤਾ ਅਤੇ ਆਪ ਡਰਾਈਵਿੰਗ ਸੀਟ 'ਤੇ ਹੀ ਬੈਠਾ ਰਿਹਾ. ਕੁਝ ਦੇਰ ਬਾਅਦ ਉਸਨੇ ਆ ਕੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਸੀਮਾ ਨੂੰ ਹਿਲਾਇਆ. ਸੀਮਾ ਇੱਕਦਮ ਤੜਪ ਕੇ ਉੱਠੀ. ਅਜੀਤ ਨੇ ਉਸਦਾ ਹੱਥ ਫੜ ਕੇ ਉਠਾਉਣ ਦੀ ਕੋਸ਼ਿਸ਼ ਕੀਤੀ,
ਪਰ ਉਹ ਆਪ ਹੀ ਘਰ ਤੋਂ ਬਾਹਰ ਆ ਗਈ। ਦੋਵੇਂ ਬਿਨਾਂ ਕੋਈ ਗੱਲ ਕੀਤੇ ਅੰਦਰ ਚਲੇ ਗਏ। ਸੀਮਾ ਆਪਣੇ ਬੈੱਡ 'ਤੇ ਜਾ ਪਈ। ਅਜੀਤ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗਿਆ। ਚਾਹ ਨਾਲ ਉਹ ਕੁਝ ਸਨੈਕਸ ਵੀ ਲੈ ਆਇਆ। ਦੋਵਾਂ ਨੇ ਚੁੱਪ-ਚਾਪ ਚਾਹ ਪੀਤੀ। ਕੁਝ ਹੌਸਲਾ ਕਰਕੇ ਅਜੀਤ ਸੀਮਾ ਕੋਲ ਜਾ ਬੈਠਿਆ ਅਤੇ ਉਸਦਾ ਹੱਥ ਫੜ ਕੇ ਕਹਿਣ ਲੱਗਿਆ, ਅੱਜ ਕੱਲ੍ਹ ਹਰ ਬਿਮਾਰੀ ਦਾ ਇਲਾਜ ਹੈ। ਰਾਘਵ ਨੇ ਮੈਨੂੰ ਦੱਸ ਦਿੱਤਾ ਸੀ ਕਿ ਰੁਦਰਫੋਰਡ ਕੈਂਸਰ ਦਾ ਸਭ ਤੋਂ ਵਧੀਆ ਡਾਕਟਰ ਹੈ। ਇਹ ਤਾਂ ਚੰਗਾ ਹੋਇਆ ਕਿ ਆਪਾਂ ਨੂੰ ਟਾਈਮ ਸਿਰ ਪਤਾ ਲੱਗ ਗਿਆ। 5-4 ਕੀਮੋ ਤੋਂ ਬਾਅਦ ਤੂੰ ਪੂਰੀ ਤਰ੍ਹਾਂ ਠੀਕ ਹੋ ਜਾਏਂਗੀ। ਹੁਣ ਤਾਂ ਸੀਮਾ ਨੇ ਆਪਣੇ ਆਪ ਨੂੰ ਕੁਝ ਸੰਭਾਲ ਲਿਆ ਸੀ। ਸੀਮਾ ਨੇ ਅਜੀਤ ਵੱਲ ਪਿਆਰ ਨਾਲ ਦੇਖਦੇ ਹੋਏ ਹਲਕਾ ਜਿਹਾ ਮੁਸਕਰਾ ਕੇ ਕਿਹਾ, ਹੋਪ ਫਾਰ ਦਾ ਬੈਸਟ ਐਂਡ ਬੀ ਪ੍ਰੀਪੇਅਰ ਫਾਰ ਦਾ ਵਰਸਟ। ਕਿਹੋ ਜਿਹੀਆਂ ਗੱਲਾਂ ਕਰਦੀ ਐ? ਇਹ ਕਹਿੰਦੇ ਹੋਏ ਅਜੀਤ ਨੇ ਸੀਮਾ ਨੂੰ ਆਪਣੇ ਗਲ ਨਾਲ ਲਾ ਲਿਆ। ਭਾਵੇਂ ਉਸਨੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਫਿਰ ਵੀ ਉਹ ਆਪਣੀਆਂ ਅੱਖਾਂ ਦੇ ਰੁਕੇ ਖਾਰੇ ਪਾਣੀ ਨੂੰ ਹੋਰ ਨਾ ਰੋਕ ਸਕਿਆ। ਸੀਮਾ ਦਾ ਵੀ ਇਹੋ ਹਾਲ ਸੀ। 10 ਦਿਨਾਂ ਬਾਅਦ ਹੀ ਸੀਮਾ ਦੀ ਕੀਮੋਥੈਰੇਪੀ ਸ਼ੁਰੂ ਹੋ ਗਈ। ਕੀਮੋ ਨੇ ਆਪਣਾ ਅਸਰ ਵੀ ਵਿਖਾਉਣਾ ਸ਼ੁਰੂ ਕਰ ਦਿੱਤਾ। ਮਾਂ ਦੀ ਬਿਮਾਰੀ ਬਾਰੇ ਸੁਣ ਕੇ ਰਾਵੀਆ ਵੀ ਕੁਝ ਦਿਨਾਂ ਲਈ ਘਰ ਆ ਗਈ। ਉਸਨੇ ਆਪਣੇ ਡੈਡ ਨੂੰ ਦੱਸਿਆ ਕਿ ਉਹ ਫਿਲਹਾਲ ਆਪਣਾ ਕੋਰਸ ਡ੍ਰੌਪ ਕਰਕੇ ਮੰਮੀ ਕੋਲ ਰਹੇਗੀ, ਪਰ ਅਜੀਤ ਨਾ ਮੰਨਿਆ। ਸੀਮਾ ਦੀ ਦੇਖਭਾਲ ਲਈ ਉਸਨੇ ਇੱਕ ਨਰਸ ਦਾ ਇੰਤਜ਼ਾਮ ਕਰ ਲਿਆ। ਉਹ ਆਪ ਵੀ ਜਲਦੀ ਘਰ ਆ ਜਾਂਦਾ। ਅਜੀਤ ਨੂੰ ਪਤਾ ਸੀ ਕਿ ਸੀਮਾ ਆਪਣੀ ਬਿਮਾਰੀ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੀਮਾ ਨਾਲ ਬਿਤਾਉਣ ਦੀ ਕੋਸ਼ਿਸ਼ ਕਰਦਾ। ਇੱਕ ਤਰ੍ਹਾਂ ਨਾਲ ਉਸਨੇ ਆਪਣੀ ਫਰਮ ਦਾ ਕੰਮ ਆਪਣੇ 1-2 ਇਤਬਾਰ ਵਾਲੇ ਪੁਰਾਣੇ ਬੰਦਿਆਂ 'ਤੇ ਛੱਡ ਰੱਖਿਆ ਸੀ, ਪਰ ਫਿਰ ਵੀ ਕੁਝ ਸਮੇਂ ਲਈ ਤਾਂ ਉਸਨੂੰ ਦਫ਼ਤਰ ਜਾਣਾ ਹੀ ਪੈਂਦਾ। ਉਹ ਬਹੁਤ ਕੋਸ਼ਿਸ਼ ਕਰਦਾ ਕਿ ਸੀਮਾ ਆਪਣੀ ਬਿਮਾਰੀ ਨੂੰ ਕੁਝ ਦੇਰ ਭੁੱਲ ਕੇ ਹੋਰ ਗੱਲਾਂ ਵਿੱਚ ਆਪਣਾ ਦਿਲ ਲਾਵੇ। ਸੀਮਾ ਵੀ ਇਹ ਸਭ ਕੁਝ ਮਹਿਸੂਸ ਕਰ ਰਹੀ ਸੀ। ਕਈ ਵਾਰ ਅਜੀਤ ਨੂੰ ਲੱਗਦਾ ਜਿਵੇਂ ਸੀਮਾ ਆਪਣਾ ਸਮਾਂ ਹੀ ਪੂਰਾ ਕਰ ਰਹੀ ਹੈ। ਇਹ ਸੋਚ ਕੇ ਉਸ ਦੇ ਦਿਲ ਵਿੱਚੋਂ ਇੱਕ ਹੂਕ ਜੀ ਨਿਕਲ ਜਾਂਦੀ। ਕਿੰਨੀ ਮਿਹਨਤ ਨਾਲ ਉਸਨੇ ਸੀਮਾ ਨਾਲ ਮਿਲ ਕੇ ਇਹ ਘਰ ਬਣਾਇਆ ਸੀ। ਉਸ ਨੂੰ ਯਾਦ ਆਉਂਦਾ ਜਦੋਂ ਉਹ ਆਪਣੇ ਵਿਆਹ ਤੋਂ ਬਾਅਦ ਜਲਦੀ ਹੀ ਅਮਰੀਕਾ ਆ ਗਏ ਸੀ ਤਾਂ ਦੋਵਾਂ ਨੂੰ ਕਿੰਨੀ ਮਿਹਨਤ ਕਰਨੀ ਪਈ ਸੀ। ਕਦੇ ਉਹ ਟੈਕਸੀ ਚਲਾਉਂਦਾ, ਕਦੇ ਕਿਸੇ ਸਟੋਰ ਵਿੱਚ ਕੰਮ ਕਰਦਾ। ਆਪ ਦਿਨ ਵਿੱਚ 2-2 ਸ਼ਿਫਟਾਂ ਕਰਦਾ, ਪਰ ਸੀਮਾ ਨੂੰ ਕੰਮ ਨਹੀਂ ਸੀ ਕਰਨ ਦਿੱਤਾ ਤਾਂ ਜੋ ਉਹ ਆਪਣੀ ਨਰਸਿੰਗ ਦੇ ਪੇਪਰ ਕਲੀਅਰ ਕਰ ਲਵੇ। ਸੀਮਾ ਨੇ ਕਿਉਂ ਜੋ ਇੰਡੀਆ ਤੋਂ ਨਰਸਿੰਗ ਕੀਤੀ ਹੋਈ ਸੀ ਅਤੇ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਸੀ, ਇਸ ਲਈ ਉਸਨੇ 2 ਸਾਲਾਂ ਵਿੱਚ ਪੇਪਰ ਪਾਸ ਕਰ ਲਏ ਅਤੇ ਨੌਕਰੀ ਵੀ ਮਿਲ ਗਈ। ਉਸ ਤੋਂ ਬਾਅਦ ਅਜੀਤ ਨੇ ਆਪਣਾ ਕੰਮ ਕੁਝ ਘੱਟ ਕੀਤਾ ਅਤੇ CPA ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। 3 ਸਾਲਾਂ ਵਿੱਚ ਹੀ ਉਸਨੇ ਸਾਰੇ ਪੇਪਰ ਪਾਸ ਕਰ ਲਏ ਅਤੇ ਇੱਕ ਅਕਾਊਂਟਿੰਗ ਫਰਮ ਵਿੱਚ ਕੰਮ ਕਰਨ ਲੱਗ ਪਿਆ। ਇਸ ਦੌਰਾਨ ਹੀ ਰਾਵੀਆ ਦਾ ਜਨਮ ਹੋਇਆ। 3 ਸਾਲ ਨੌਕਰੀ ਕਰਨ ਤੋਂ ਬਾਅਦ ਹੀ ਅਜੀਤ ਨੇ ਆਪਣੀ ਅਕਾਊਂਟਿੰਗ ਫਰਮ ਖੋਲ੍ਹੀ। ਅਜੀਤ ਨੇ ਸੀਮਾ ਦੇ ਮੂੰਹੋਂ ਕਈ ਵਾਰ ਸੁਣਿਆ ਸੀ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਸੀ ਕਿ ਉਸਨੂੰ ਅਜੀਤ ਵਰਗਾ ਜੀਵਨ ਸਾਥੀ ਮਿਲਿਆ ਜੋ ਮਿਹਨਤੀ ਹੋਣ ਦੇ ਨਾਲ-ਨਾਲ ਸੀਮਾ ਪ੍ਰਤੀ ਇਮਾਨਦਾਰ ਵੀ ਹੈ। ਸੀਮਾ ਕਈ ਵਾਰ ਮਜ਼ਾਕ ਵਿੱਚ ਅਜੀਤ ਨੂੰ ਕਹਿ ਵੀ ਦਿੰਦੀ ਕਿ ਹਮੇਸ਼ਾ ਉਸ ਨੂੰ ਹੀ ਤੰਗ ਕਰਦੇ ਰਹਿੰਦੇ ਹੋ, ਕਦੇ ਇੱਧਰ ਉੱਧਰ ਵੀ ਝਾਕ ਲਿਆ ਕਰੋ। ਅਜੀਤ ਸੀਮਾ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਹੱਸ ਚੜ੍ਹਦਾ। ਕੀਮੋਥੈਰੇਪੀ ਕਰਕੇ ਸੀਮਾ ਦੇ ਸਿਰ ਦੇ ਵਾਲ ਬਿਲਕੁਲ ਉੱਡ ਗਏ ਅਤੇ ਸਰੀਰਕ ਪੱਖੋਂ ਵੀ ਉਹ ਕਾਫੀ ਕਮਜ਼ੋਰ ਹੋ ਗਈ ਸੀ। ਬੈੱਡ ਤੋਂ ਉੱਠਣ ਵਿੱਚ ਵੀ ਉਸ ਨੂੰ ਮੁਸ਼ਕਲ ਹੁੰਦੀ। ਇੱਕ ਦਿਨ ਐਤਵਾਰ ਵਾਲੇ ਦਿਨ ਅਜੀਤ ਘਰ ਹੀ ਸੀ। ਰਾਵੀਆ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਉਹ ਕੁਝ ਦਿਨਾਂ ਲਈ ਉਹਨਾਂ ਕੋਲ ਆ ਰਹੀ ਹੈ। ਸੀਮਾ ਤੋਂ ਤਾਂ ਬਹੁਤਾ ਬੋਲਿਆ ਵੀ ਨਹੀਂ ਸੀ ਜਾਂਦਾ। ਅਜੀਤ ਨੇ ਹੀ ਰਾਵੀਆ ਨਾਲ ਜ਼ਿਆਦਾ ਗੱਲ ਕੀਤੀ। ਉਸਨੇ ਆਪਣੇ ਵੱਲੋਂ ਰਾਵੀਆ ਨੂੰ ਯਕੀਨ ਦਿਵਾਇਆ ਕਿ ਸੀਮਾ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਹੀ ਹੈ। ਰਾਵੀਆ ਨਾਲ ਗੱਲਾਂ ਕਰਨ ਤੋਂ ਬਾਅਦ ਅਜੀਤ ਨੇ ਸੀਮਾ ਵੱਲ ਵੇਖਿਆ। ਸੀਮਾ ਦਾ ਚਿਹਰਾ ਜ਼ਿਆਦਾ ਹੀ ਉਤਰਿਆ ਹੋਇਆ ਸੀ। ਉਸਨੇ ਇਸ਼ਾਰੇ ਨਾਲ ਅਜੀਤ ਨੂੰ ਆਪਣੇ ਨੇੜੇ ਆਉਣ ਲਈ ਕਿਹਾ। ਜਦੋਂ ਅਜੀਤ ਉਸ ਦੇ ਨਜ਼ਦੀਕ ਹੋਇਆ ਤਾਂ ਸੀਮਾ ਨੇ ਉਸ ਨੂੰ ਇਸ਼ਾਰਾ ਕੀਤਾ ਕਿ ਉਸ ਨੂੰ ਸਹਾਰਾ ਦੇ ਕੇ ਬਿਠਾ ਦੇਵੇ। ਸੀਮਾ ਦੇ ਚਿਹਰੇ ਤੋਂ ਹੀ ਲੱਗ ਰਿਹਾ ਸੀ ਕਿ ਉਸ ਨੂੰ ਬੈਠਣ ਵਿੱਚ ਵੀ ਤਕਲੀਫ ਹੋ ਰਹੀ ਹੈ, ਪਰ ਉਹ ਬੈਠੀ ਰਹੀ। ਉਸਨੇ ਅਜੀਤ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਫੜ ਲਏ। ਉਸ ਦੀਆਂ ਅੱਖਾਂ ਗਿੱਲੀਆਂ ਸੀ। ਹੁਣ ਹੋਰ ਤਕਲੀਫ ਨਹੀਂ ਸਹਾਰੀ ਜਾਂਦੀ ਅਜੀਤ, ਇਹ ਕਹਿੰਦੇ ਸੀਮਾ ਫੁੱਟ ਕੇ ਰੋਣ ਲੱਗੀ। ਅਜੀਤ ਦਾ ਵੀ ਕੱਚ ਭਰ ਆਇਆ। ਸੀਮਾ ਹੁਣ ਤਾਂ ਬਸ 2 ਹੋਰ ਕੀਮੋ ਰਹਿ ਗਈਆਂ, ਉਸ ਤੋਂ ਬਾਅਦ ਸਭ ਠੀਕ ਹੋ ਜਾਵੇਗਾ। ਅਜੀਤ ਦੀਆਂ ਆਪਣੀਆਂ ਅੱਖਾਂ ਭਾਵੇਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ, ਤਾਂ ਵੀ ਉਸਨੇ ਸੀਮਾ ਦੀਆਂ ਅੱਖਾਂ ਪੂੰਝਦੇ ਹੋਏ ਕਿਹਾ, ਨਹੀਂ ਅਜੀਤ, ਇਹ ਝੂਠੇ ਦਿਲਾਸੇ ਨਾ ਦੇ। ਮੈਨੂੰ ਆਪ ਨੂੰ ਲੱਗ ਰਿਹਾ ਕਿ ਆਪਣਾ ਸਾਥ ਹੁਣ ਬਹੁਤੀ ਦੇਰ ਦਾ ਨਹੀਂ ਰਿਹਾ। ਇਸ ਤੋਂ ਅੱਗੇ ਉਸ ਤੋਂ ਕੁਝ ਬੋਲਣਾ ਹੋਇਆ। ਸੀਮਾ, ਕਿਉਂ ਇਹੋ ਜਿਹੀਆਂ ਗੱਲਾਂ ਕਰਦੀ ਹੈ ਤੂੰ? ਤੈਨੂੰ ਕੁਝ ਨਹੀਂ ਹੁੰਦਾ। ਅਜੇ ਆਪਾਂ ਦੋਵਾਂ ਨੇ ਮਿਲ ਕੇ ਬਹੁਤ ਕੰਮ ਕਰਨੇ ਨੇ। ਰਾਵੀਆ ਦੀ ਪੜ੍ਹਾਈ ਖਤਮ ਹੋ ਜਾਵੇ, ਉਸ ਨਾਲ ਯੂਰਪ ਦੀ ਸੈਰ ਨੂੰ ਜਾਣ ਦਾ ਪ੍ਰੋਗਰਾਮ ਬਣਾਵਾਂਗੇ।
ਉਸ ਦਾ ਵਿਆਹ ਵੀ ਕਰਨਾ। ਉਸਦੇ ਵਿਆਹ ਤੋਂ ਬਾਅਦ ਮੈਂ ਆਪਣਾ ਕੰਮ ਬਹੁਤ ਘੱਟ ਕਰ ਦਿਆਂਗਾ। ਸਾਰਾ ਸਮਾਂ ਤੇਰੇ ਨਾਲ ਹੀ ਰਹਿਣਾ ਹੈ, ਜਾਂ ਸੈਰ ਸਪਾਟਾ। ਅਜੀਤ ਨੇ ਫੋਕੀ ਜੀ ਹਾਸੀ ਹੱਸਦੇ ਹੋਏ ਕਿਹਾ। ਅਜੀਤ, ਮੇਰਾ ਦਿਲ ਵੀ ਅਜੇ ਜਾਣ ਨੂੰ ਨਹੀਂ ਕਰਦਾ, ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੈ। ਸਾਹੂ, ਗੱਲ ਤਾਂ ਇਹ ਹੈ ਕਿ ਮੈਂ ਅਜੇ ਮਰਨਾ ਨਹੀਂ ਚਾਹੁੰਦੀ। ਸੀਮਾ ਨੇ ਉਸ ਦਾ ਹੱਥ ਆਪਣੇ ਹੱਥ ਵਿੱਚ ਫੜ ਕੇ ਕਿਹਾ। ਅਜੀਤ, ਕਈ ਦਿਨਾਂ ਤੋਂ ਤੇਰੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਚਾਹੁੰਦੀ ਸੀ, ਪਰ ਹੌਸਲਾ ਨਹੀਂ ਸੀ ਪੈਂਦਾ। ਪਲੀਜ਼ ਅੱਜ ਮੈਨੂੰ ਰੋਕ ਨਾ, ਮੇਰੇ ਦਿਲ ਦੀਆਂ ਗੱਲਾਂ ਦਿਲ ਵਿੱਚ ਹੀ ਨਾ ਰਹਿ ਜਾਣ। ਅਜੀਤ ਸੀਮਾ ਦੇ ਮੂੰਹੋਂ ਕੋਈ ਉਲਟੀ ਸਿੱਧੀ ਗੱਲ ਨਹੀਂ ਸੀ ਸੁਣਨਾ ਚਾਹੁੰਦਾ, ਇਸ ਲਈ ਉਸਨੇ ਸੀਮਾ ਨੂੰ ਰੋਕਦੇ ਹੋਏ ਕਿਹਾ, ਬਹੁਤਾ ਨਾ ਬੋਲ, ਤੈਨੂੰ ਸਾਹ ਚੜ ਜਾਏਗਾ। ਸੀਮਾ ਨੇ ਉਸਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤੇ ਕਹਿਣ ਲੱਗੀ, ਮੈਨੂੰ ਆਪਣੇ ਨਾਲੋਂ ਤੁਹਾਡੇ 'ਤੇ ਜ਼ਿਆਦਾ ਭਰੋਸਾ ਹੈ, ਇਸ ਕਰਕੇ ਮੈਨੂੰ ਤੁਹਾਡੀ ਜ਼ਿਆਦਾ ਫਿਕਰ ਹੈ ਕਿ ਤੁਸੀਂ ਮੇਰੇ ਤੋਂ ਬਾਅਦ ਇਕੱਲੇ ਕਿਵੇਂ ਰਹੋਗੇ। ਅਜੀਤ ਨੇ ਉਸਨੂੰ ਬੋਲਣ ਤੋਂ ਰੋਕਣਾ ਚਾਹਿਆ, ਪਰ ਸੀਮਾ ਨੇ ਆਪਣੀ ਗੱਲ ਜਾਰੀ ਰੱਖੀ। ਅਜੇ ਤੁਹਾਡੀ ਉਮਰ ਜ਼ਿਆਦਾ ਨਹੀਂ। ਰਾਵੀਆ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸਦਾ ਮੈਥਿਓ ਨਾਲ ਵਿਆਹ ਹੋ ਜਾਵੇਗਾ। ਤੁਸੀਂ ਇਕੱਲੇ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰੋਗੇ? ਮੇਰੀ ਮੰਨੋ ਤਾਂ ਮੇਰੇ ਬਾਅਦ ਆਪਣੇ ਲਈ ਕੋਈ। ਆਪਣੀ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਸੀਮਾ ਦਾ ਗਲਾ ਭਰ ਗਿਆ। ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ ਤੇ ਅੱਖਾਂ 'ਚੋਂ ਹੰਝੂਆਂ ਦੀ ਝੜੀ ਲੱਗ ਗਈ। ਅਜੀਤ ਨੇ ਸੀਮਾ ਨੂੰ ਘੁੱਟ ਕੇ ਆਪਣੇ ਕਲਾਵੇ ਵਿੱਚ ਲੈ ਲਿਆ। ਉਹ ਵੀ ਰੋ ਰਿਹਾ ਸੀ। 5-4 ਮਿੰਟ ਦੋਹਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਪਾਈ ਰੱਖੀ। ਅਖੀਰ ਵਿੱਚ ਅਜੀਤ ਨੇ ਕੁਝ ਸਹਿਜ ਹੁੰਦੇ ਹੋਏ ਸੀਮਾ ਨੂੰ ਕਿਹਾ, ਸੀਮਾ, ਇਹੋ ਜਿਹੀਆਂ ਫਜ਼ੂਲ ਦੀਆਂ ਗੱਲਾਂ ਕਰਕੇ ਕਿਉਂ ਮੈਨੂੰ ਦੁਖੀ ਕਰਦੀ ਹੈ? ਮੈਂ ਤਾਂ ਪਹਿਲਾਂ ਹੀ ਪਰੇਸ਼ਾਨ ਹਾਂ, ਹੋਰ ਪਰੇਸ਼ਾਨ ਨਾ ਕਰ। ਅਜੀਤ, ਤੁਸੀਂ ਸੱਚਾਈ ਤੋਂ ਭੱਜ ਰਹੇ ਹੋ। ਮੈਂ ਆਉਣ ਵਾਲੇ ਸਮੇਂ ਬਾਰੇ ਸੋਚ ਰਹੀ ਹਾਂ। ਇਹ ਠੀਕ ਹੈ ਕਿ ਮੈਂ ਆਪਣੀ ਬਿਮਾਰੀ ਤੋਂ ਪਰੇਸ਼ਾਨ ਹਾਂ, ਪਰ ਜੋ ਕੁਝ ਕਹਿ ਰਹੀ ਹਾਂ ਉਸਨੂੰ ਠੰਡੇ ਦਿਮਾਗ ਨਾਲ ਸੋਚੋ। ਤੁਹਾਨੂੰ ਆਪਣੇ ਬਾਰੇ ਕੁਝ ਸੋਚਣਾ ਪਏਗਾ। ਮੈਂ ਤੁਹਾਡਾ ਫਿਕਰ ਲੈ ਕੇ ਨਹੀਂ ਮਰਨਾ ਚਾਹੁੰਦੀ। ਰਾਵੀਆ ਦੀ ਮੈਨੂੰ ਕੋਈ ਚਿੰਤਾ ਨਹੀਂ। ਉਹ ਅਮਰੀਕਾ ਦੇ ਮਾਹੌਲ ਵਿੱਚ ਪਲੀ ਹੈ। ਇਹ ਨਹੀਂ ਕਿ ਉਸਨੂੰ ਮੇਰੇ ਜਾਣ ਦਾ ਦੁੱਖ ਨਹੀਂ ਹੋਏਗਾ, ਪਰ ਉਹ ਜਲਦੀ ਹੀ ਆਪਣੀ ਨਵੀਂ ਜ਼ਿੰਦਗੀ ਵਿੱਚ ਢਲ ਜਾਏਗੀ। ਮੈਨੂੰ ਫਿਕਰ ਤੁਹਾਡਾ ਹੈ ਕਿ ਕੌਣ ਸੰਭਾਲੇਗਾ। ਇਹ ਕਹਿੰਦੇ ਕਹਿੰਦੇ ਸੀਮਾ ਦਾ ਗਲਾ ਸੁੱਕ ਗਿਆ। ਉਸ ਨੂੰ ਖੰਘ ਛਿੜ ਪਈ। ਅਜੀਤ ਨੇ ਉਸਨੂੰ ਪਾਣੀ ਪਿਲਾਇਆ। ਪਾਣੀ ਪੀ ਕੇ ਸੀਮਾ ਕੁਝ ਠੀਕ ਹੋ ਗਈ। ਉਸਨੇ ਅਜੀਤ ਵੱਲ ਦੇਖਿਆ। ਉਹ ਨੀਵੀਂ ਪਾਈ ਬੈਠਾ ਸੀ। ਸੀਮਾ ਨੇ ਉਸਨੂੰ ਹੌਲੀ ਜਿਹੀ ਹਿਲਾ ਕੇ ਕਿਹਾ, ਅਜੀਤ। ਜਦੋਂ ਅਜੀਤ ਨੇ ਗਰਦਨ ਉੱਪਰ ਚੁੱਕੀ, ਉਹ ਰੋ ਰਿਹਾ ਸੀ। ਸੀਮਾ ਨੇ ਆਪਣੀਆਂ ਕਮਜ਼ੋਰ ਬਾਹਾਂ ਨਾਲ ਉਸਨੂੰ ਆਪਣੀ ਛਾਤੀ ਨਾਲ ਕੁੱਟ ਲਿਆ। ਅਜੀਤ, ਜ਼ਿੰਦਗੀ ਵਿੱਚ ਮੈਨੂੰ ਕਈ ਵਾਰ ਮਹਿਸੂਸ ਹੋਇਆ ਜਿਵੇਂ ਮੈਂ ਤੁਹਾਡੀ ਵਾਈਫ ਦੇ ਨਾਲ ਨਾਲ ਤੁਹਾਡੀ ਮਾਂ ਵੀ ਹਾਂ। ਕਈ ਵਾਰ ਤੁਹਾਡੀਆਂ ਹਰਕਤਾਂ ਬੱਚਿਆਂ ਵਰਗੀਆਂ ਹੁੰਦੀਆਂ ਹਨ। ਦੇਖੋ, ਨਾ ਤਾਂ ਆਦਮੀ ਤੀਵੀਂ ਇਸ ਦੁਨੀਆ ਵਿੱਚ ਇਕੱਠੇ ਆਉਂਦੇ ਅਤੇ ਨਾ ਹੀ ਇਕੱਠੇ ਜਾਂਦੇ ਆ। ਦੋਹਾਂ ਵਿੱਚੋਂ ਕਿਸੇ ਇੱਕ ਨੇ ਤਾਂ ਪਹਿਲਾਂ ਜਾਣਾ ਹੀ ਹੈ ਨਾ। ਹੁਣ ਰੱਬ ਦੀ ਹੀ ਇਹ ਮਰਜ਼ੀ ਹੈ ਕਿ ਮੈਂ ਤੁਹਾਨੂੰ ਹੱਥ ਬਾਟੇ ਛੱਡ ਕੇ ਜਾ ਰਹੀ ਹਾਂ। ਜੇ ਅੱਜ ਤੋਂ 10 ਸਾਲ ਬਾਅਦ ਮੈਨੂੰ ਜਾਣਾ ਪੈਂਦਾ ਹੈ, ਮੈਂ ਗੱਲ ਕਦੇ ਨਾ ਕਹਿੰਦੀ। ਸੀਮਾ, ਮੇਰੀ ਇੱਕ ਗੱਲ ਦਾ ਜਵਾਬ ਦੇ। ਅਜੀਤ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਸੀਮਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ। ਸੀਮਾ ਕੁਝ ਨਾ ਬੋਲੀ। ਜੇ ਤੇਰੀ ਜਗ੍ਹਾ ਮੇਰੀ ਇਹ ਹਾਲਤ ਹੁੰਦੀ, ਕੀ ਤੂੰ ਇਹ ਕਰ ਸਕਦੀ? ਇਹ ਕਹਿੰਦੇ ਅਜੀਤ ਦਾ ਗਲਾ ਭਰ ਆਇਆ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਮੈਨੂੰ ਇਹ ਜ਼ਰੂਰ ਪੁੱਛੋਗੇ। ਦੇਖੋ, ਆਦਮੀ ਅਤੇ ਔਰਤ ਵਿੱਚ ਬਹੁਤ ਫਰਕ ਹੁੰਦਾ। ਪਤਨੀ ਨੂੰ ਵੀ ਆਦਮੀ ਤੋਂ ਬਗੈਰ ਰਹਿਣਾ ਮੁਸ਼ਕਲ ਹੈ। ਮਾਨਸਿਕ ਸਾਥ ਦੇ ਨਾਲ ਨਾਲ ਸਰੀਰਕ ਸਾਥ ਦੋਵਾਂ ਨੂੰ ਚਾਹੀਦਾ। ਲੇਡੀਜ਼ ਆਪਣਾ ਦੁੱਖ ਦੂਜਿਆਂ ਨਾਲ ਸਾਂਝਾ ਕਰਕੇ ਦਿਲ ਦਾ ਗਵਾਹ ਅੱਖਾਂ ਰਾਹੀਂ ਕੱਢ ਕੇ ਦਿਲ ਹੌਲਾ ਕਰ ਲੈਂਦੀਆਂ, ਜਦੋਂ ਕਿ ਮਰਦ ਆਪਣਾ ਦੁੱਖ ਆਪਣੇ ਅੰਦਰ ਹੀ ਰੱਖਦੇ ਆ। ਇਸ ਕਰਕੇ ਉਹ ਅੰਦਰੋਂ ਅੰਦਰੀ ਕੁੱਟੀ ਜਾਂਦੇ ਆ। ਅਜੇ ਸੀਮਾ ਦੀ ਗੱਲ ਪੂਰੀ ਨਹੀਂ ਸੀ ਹੋਈ ਕਿ ਰਾਵੀਆ ਦਾ ਫੋਨ ਫਿਰ ਆ ਗਿਆ। ਉਹਨਾਂ ਦੀ ਗੱਲ ਵਿਚਾਲੇ ਹੀ ਰਹਿ ਗਈ। ਅਜੀਤ ਰਾਵੀਆ ਨਾਲ ਗੱਲਾਂ ਕਰਨ ਲੱਗਿਆ ਅਤੇ ਸੀਮਾ ਨੇ ਅਜੀਤ ਵੱਲ ਦੇਖ ਕੇ ਇੱਕ ਲੰਮਾ ਹੌਕਾ ਭਰਿਆ। ਉਸ ਨੂੰ ਦੁੱਖ ਸੀ ਕਿ ਉਹਨਾਂ ਦੀ ਗੱਲ ਪੂਰੀ ਨਹੀਂ ਸੀ ਹੋਈ। ਉਸ ਤੋਂ ਬਾਅਦ ਸੀਮਾ ਨੂੰ ਦੁਬਾਰਾ ਇਹ ਗੱਲ ਕਰਨ ਦਾ ਮੌਕਾ ਹੀ ਨਾ ਮਿਲਿਆ। ਉਹ ਦਿਲ ਵਿੱਚ ਹੀ ਸੋਚਦੀ ਰਹੀ ਕਿ ਉਸ ਤੋਂ ਬਾਅਦ ਅਜੀਤ ਦਾ ਕੀ ਬਣੇਗਾ, ਅਤੇ ਇਹ ਗੱਲ ਦਿਲ ਵਿੱਚ ਲੈ ਕੇ ਹੀ ਅਜੀਤ ਦੀ ਦੁਨੀਆ ਤੋਂ ਰੁਖਸਤ ਹੋ ਗਈ। ਅਜੀਤ ਲਈ ਸਮਾਂ ਬਿਤਾਉਣਾ
ਮੁਸ਼ਕਲ ਹੋ ਗਿਆ। ਭਾਵੇਂ ਜਦੋਂ ਪਹਿਲੀ ਵਾਰ ਡਾਕਟਰ ਰਾਘਵ ਨੇ ਉਸਨੂੰ ਸੀਮਾ ਦੀ ਬਿਮਾਰੀ ਸੰਬੰਧੀ ਦੱਸਿਆ ਸੀ, ਉਹ ਫਿਕਰਮੰਦ ਤਾਂ ਜ਼ਰੂਰ ਹੋਇਆ ਸੀ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਇਹ ਸਮਾਂ ਇੰਨੀ ਜਲਦੀ ਆ ਜਾਵੇਗਾ। ਉਸਨੂੰ ਵਾਰ-ਵਾਰ ਸੀਮਾ ਦੀ ਗੱਲ ਯਾਦ ਆ ਰਹੀ ਸੀ ਕਿ ਉਸ ਤੋਂ ਬਗੈਰ ਸਮਾਂ ਬਿਤਾਉਣਾ ਮੁਸ਼ਕਲ ਹੋ ਜਾਵੇਗਾ। ਰਾਵੀਆ ਕੁਝ ਦਿਨ ਆਪਣੇ ਡੈਡੀ ਕੋਲ ਰਹਿ ਕੇ ਚਲੀ ਗਈ। ਅਸਲ ਵਿੱਚ ਉਸਨੇ ਆਪਣੀਆਂ ਕੁਝ ਅਸਾਈਨਮੈਂਟ ਜਲਦੀ ਦੇਣੀਆਂ ਸਨ ਅਤੇ ਉਹਨਾਂ ਲਈ ਲਾਇਬ੍ਰੇਰੀ ਤੋਂ ਕੁਝ ਕਿਤਾਬਾਂ ਦੀ ਬਹੁਤ ਜ਼ਰੂਰਤ ਸੀ। ਅਜੀਤ ਕਈ ਦਿਨ ਆਪਣੇ ਦਫ਼ਤਰ ਨਾ ਗਿਆ। ਉਸਦੇ ਪੁਰਾਣੇ ਬੰਦੇ ਕੰਮ ਚਲਾਈ ਜਾਂਦੇ। ਸੀਮਾ ਦੇ ਚਲੇ ਜਾਣ ਤੋਂ ਤਕਰੀਬਨ 3 ਕੁ ਮਹੀਨੇ ਬਾਅਦ ਹੀ ਅਜੀਤ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਉਸਨੂੰ ਇੱਕ ਵਾਰ ਕਿਸੇ ਨਵੀਂ ਕਲਾਇੰਟ ਦੇ ਘਰ ਜਾਣਾ ਪਿਆ। ਕਲਾਇੰਟ ਆਪਣੀ ਲੱਤ ਦੀ ਸੱਟ ਕਾਰਨ ਬਹੁਤ ਤੁਰ ਫਿਰ ਨਹੀਂ ਸੀ ਸਕਦੀ। ਅਜੀਤ ਦੀ ਕਿਸੇ ਨਜ਼ਦੀਕੀ ਨੇ ਉਸ ਲੇਡੀ ਨੂੰ ਅਜੀਤ ਸੰਬੰਧੀ ਦੱਸਿਆ ਸੀ। ਅਜੀਤ 3-4 ਵਾਰ ਉਸਦੇ ਘਰ ਗਿਆ। 50 ਕੁ ਸਾਲ ਦੀ ਹਲੇਰੀ ਆਪਣੇ ਪਿਓ ਵੱਲੋਂ ਮਿਲੇ ਵੱਡੇ ਬਿਜ਼ਨਸ ਨੂੰ ਇਕੱਲੀ ਸਾਂਭ ਰਹੀ ਸੀ। ਉਸ ਦੇ ਪਹਿਲੇ CPA ਨੇ ਉਸ ਦੇ ਮੈਨੇਜਰ ਨਾਲ ਰਲ ਕੇ ਕਾਫੀ ਨੁਕਸਾਨ ਕਰ ਦਿੱਤਾ ਸੀ। ਉਹ ਕਿਸੇ ਚੰਗੇ ਅਕਾਊਂਟਿੰਗ ਫਰਮ ਨਾਲ ਸੰਪਰਕ ਕਰਨਾ ਚਾਹੁੰਦੀ ਸੀ ਤਾਂ ਜੋ ਹੋਰ ਧੋਖੇ ਤੋਂ ਬਚ ਜਾਵੇ। ਅਜੀਤ ਨੇ ਉਸਦੇ ਸਾਰੇ ਪੇਪਰ ਚੈੱਕ ਕੀਤੇ ਤੇ ਕਈ ਗੱਲਾਂ ਪੁੱਛੀਆਂ। ਸਾਰੇ ਪੇਪਰ ਆਪਣੇ ਬੈਗ ਵਿੱਚ ਪਾ ਕੇ ਜਾਣ ਲੱਗੇ ਨੇ। ਹਲੇਰੀ ਨੂੰ ਕਿਹਾ ਕਿ ਉਸ ਨੂੰ ਸਾਰਾ ਕੁਝ ਚੈੱਕ ਕਰਨ ਤੇ ਨਵੇਂ ਸਿਰੇ ਤੋਂ ਅਕਾਊਂਟ ਬਣਾਉਣ ਦੇ ਵਿੱਚ 2-4 ਦਿਨ ਲੱਗ ਜਾਣਗੇ। ਉਸ ਤੋਂ ਬਾਅਦ ਹੀ ਉਹ ਕੁਝ ਦੱਸ ਸਕੇਗਾ। 3 ਦਿਨ ਬਾਅਦ ਅਜੀਤ ਹਲੇਰੀ ਨੂੰ ਫੋਨ ਕਰਕੇ ਸ਼ਾਮ ਦੇ ਸਮੇਂ ਉਸਦੇ ਘਰ ਪਹੁੰਚ ਗਿਆ। ਉਸਨੇ ਹਲੇਰੀ ਨੂੰ ਦੱਸਿਆ ਕਿ ਉਹ ਸ਼ੁਕਰ ਕਰੇ ਕਿ ਜਿੰਨਾ ਕੁ ਉਸ ਦਾ ਨੁਕਸਾਨ ਹੋਇਆ ਹੈ, ਪਿਛਲੇ 2 ਸਾਲਾਂ ਦੇ ਰਿਫੰਡ ਨਾਲ ਉਹ ਪੂਰਾ ਹੋ ਜਾਵੇਗਾ। ਇਹ ਸੁਣ ਕੇ ਹਲੇਰੀ ਖੁਸ਼ ਹੋ ਗਈ। ਅਜੀਤ ਨੇ ਕਈ ਕਾਗਜ਼ਾਂ 'ਤੇ ਉਸਦੇ ਸਾਈਨ ਕਰਵਾਏ ਤੇ ਦੱਸਿਆ ਕਿ ਮਹੀਨੇ ਦੇ ਅੰਦਰ ਅੰਦਰ ਉਸ ਦਾ ਰਿਫੰਡ ਆ ਜਾਵੇਗਾ। ਅਜੀਤ ਦੇ ਆਉਣ ਤੋਂ ਪਹਿਲਾਂ ਹੀ ਹਲੇਰੀ ਨੇ ਕਾਫੀ ਦਾ ਇੰਤਜ਼ਾਮ ਕੀਤਾ ਹੋਇਆ ਸੀ। ਕਾਫੀ ਪੀਂਦੇ ਹੋਏ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ। ਅਜੀਤ ਨੂੰ ਵੀ ਘਰ ਜਾਣ ਦੀ ਬਹੁਤੀ ਜਲਦੀ ਨਹੀਂ ਸੀ। ਉਸਨੂੰ ਪਤਾ ਸੀ ਕਿ ਘਰ ਜਾ ਕੇ ਇਕੱਲੇ ਦਾ ਸਮਾਂ ਪਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਘੰਟੇ ਕੁ ਬਾਅਦ ਅਜੀਤ ਜਾਣ ਲਈ ਖੜਾ ਹੋ ਗਿਆ। ਹਲੇਰੀ ਨੇ ਕਿਹਾ ਕਿ ਜੇ ਅਜੀਤ ਨੂੰ ਜਾਣ ਦੀ ਕਾਹਲੀ ਨਹੀਂ ਤਾਂ ਰਾਤ ਦਾ ਖਾਣਾ ਖਾ ਕੇ ਜਾਵੇ। ਅਜੀਤ ਹਲੇਰੀ ਨੂੰ ਨਾ ਕਰ ਸਕਿਆ। ਹਲੇਰੀ ਨੇ ਅਜੀਤ ਤੋਂ ਉਸ ਦੀ ਪਸੰਦ ਪੁੱਛ ਕੇ ਖਾਣੇ ਦਾ ਆਰਡਰ ਕਰ ਦਿੱਤਾ ਤੇ ਵਾਈਨ ਦੀ ਬੋਤਲ ਲਿਆਉਣ ਲਈ ਆਪਣੀ ਸਟਿਕ ਦੀ ਸਹਾਇਤਾ ਨਾਲ ਉੱਠਣ ਲੱਗੀ। ਅਜੀਤ ਨੇ ਉਸ ਦੀ ਹਾਲਤ ਦੇਖ ਕੇ ਕਿਹਾ ਕਿ ਉਹ ਬੈਠੀ ਰਹੇ, ਉਹ ਆਪ ਹੀ ਬੋਤਲ ਲੈ ਆਵੇਗਾ। ਅਜੀਤ ਵਾਈਨ ਦੀ ਬੋਤਲ ਅਤੇ 2 ਗਲਾਸ ਲੈ ਆਇਆ ਤੇ ਗੱਲਾਂ ਕਰਨ ਲੱਗੇ। ਗੱਲਾਂ ਵਿੱਚ ਅਜੀਤ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਸ ਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਇਕਲੌਤੀ ਬੇਟੀ ਨਿਊਯਾਰਕ ਲਾ ਕਰ ਰਹੀ ਹੈ। ਹਲੇਰੀ ਨੇ ਕਿਹਾ ਕਿ ਉਸਨੇ ਅਜੇ ਤੱਕ ਵਿਆਹ ਹੀ ਨਹੀਂ ਕਰਵਾਇਆ ਕਿਉਂਕਿ 2 ਵਾਰ ਉਸਦੇ ਦੋਸਤਾਂ ਨੇ ਉਸ ਨਾਲ ਧੋਖਾ ਕੀਤਾ। ਅਸਲ ਵਿੱਚ ਉਹ ਦੋਸਤ ਹੈ ਹੀ ਨਹੀਂ ਸੀ। ਦੋਸਤੀ ਦਾ ਦਿਖਾਵਾ ਕਰਕੇ ਉਸ ਦੀ ਜਾਇਦਾਦ ਦੇ ਪਿੱਛੇ ਸੀ। ਉਸ ਤੋਂ ਬਾਅਦ ਉਸਨੇ ਵਿਆਹ ਦਾ ਖਿਆਲ ਹੀ ਛੱਡ ਦਿੱਤਾ। ਹਲੇਰੀ ਨੇ ਅਜੀਤ ਨੂੰ ਪੁੱਛਿਆ ਕਿ ਕੀ ਉਹ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਦੁਬਾਰਾ ਵਿਆਹ ਨਹੀਂ ਕਰਵਾ ਰਿਹਾ। ਅਜੀਤ ਦਾ ਜਵਾਬ ਸੁਣ ਕੇ ਹਲੇਰੀ ਹੈਰਾਨ ਹੋ ਗਈ। ਸੀਮਾ ਮੇਰਾ ਪਹਿਲਾ ਤੇ ਆਖਰੀ ਪਿਆਰ ਸੀ। ਅਜੀਤ ਨੇ ਇਹ ਵੀ ਦੱਸਿਆ ਕਿ ਸੀਮਾ ਨੇ ਉਸਨੂੰ ਕਿਹਾ ਵੀ ਸੀ ਕਿ ਉਸਦੇ ਜਾਣ ਤੋਂ ਬਾਅਦ ਉਹ ਆਪਣੇ ਲਈ ਕੋਈ ਨਵਾਂ ਜੀਵਨ ਸਾਥੀ ਜ਼ਰੂਰ ਲੱਭ ਲਵੇ। ਇਹ ਸੁਣ ਕੇ ਹਲੇਰੀ ਨੇ ਕਿਹਾ ਕਿ ਸੀਮਾ ਨੇ ਬਿਲਕੁਲ ਠੀਕ ਸਲਾਹ ਦਿੱਤੀ ਸੀ। ਅਜੀਤ ਨੇ ਕੁਝ ਹੀ ਦੇਰ ਵਿੱਚ ਹਲੇਰੀ ਦੇ ਬਿਜ਼ਨਸ ਅਕਾਊਂਟ ਠੀਕ ਕਰ ਦਿੱਤੇ। ਹਲੇਰੀ ਅਜੀਤ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਈ। ਇਸ ਕੰਮ ਲਈ ਅਜੀਤ ਨੇ ਫੀਸ ਵੀ ਕੋਈ ਜ਼ਿਆਦਾ ਨਾ ਲਈ। ਕੰਮ ਦੇ ਸਿਲਸਿਲੇ ਵਿੱਚ ਅਤੇ ਕਦੇ ਇਕੱਠੇ ਸਮਾਂ ਬਿਤਾਉਣ ਲਈ ਦੋਵੇਂ ਅਕਸਰ ਮਿਲਣ ਲੱਗੇ ਅਤੇ 2 ਕੁ ਵਾਰ ਉਹਨਾਂ ਨੇ ਬਿਸਤਰ ਵੀ ਸਾਂਝਾ ਕੀਤਾ। ਇੱਕ ਦਿਨ ਹਲੇਰੀ ਨੇ ਆਪ ਹੀ ਅਜੀਤ ਨੂੰ ਕਿਹਾ ਕਿ ਕੀ ਉਹ ਦੋਵੇਂ ਜੀਵਨ ਸਾਥੀ ਬਣ ਸਕਦੇ ਹਨ। ਅਜੀਤ ਦਾ ਜਵਾਬ ਸੁਣ ਕੇ ਉਸਨੂੰ ਕੁਝ ਧੱਕਾ ਲੱਗਿਆ ਤੇ ਉਸਨੇ ਇੱਕ ਲੰਬਾ ਹੌਂਕਾ ਭਰਿਆ। ਅਜੀਤ ਨੇ ਕਿਹਾ ਕਿ ਇਸ ਉਮਰ ਵਿੱਚ ਉਹ ਦੂਜੇ ਵਿਆਹ ਦੀ ਸੋਚ ਵੀ ਨਹੀਂ ਸਕਦਾ ਕਿਉਂਕਿ ਉਸਨੇ ਅਜੇ ਆਪਣੀ ਧੀ ਦਾ ਵਿਆਹ ਕਰਨਾ ਹੈ। ਰਾਵੀ ਆਪਣੇ ਡੈਡ ਬਾਰੇ ਕੀ ਸੋਚੇਗੀ? ਉਹ ਚੰਗੇ ਦੋਸਤਾਂ ਦੀ ਤਰ੍ਹਾਂ ਰਹਿ ਸਕਦੇ ਹਨ ਅਤੇ ਉਹ ਕੋਸ਼ਿਸ਼ ਕਰੇਗਾ ਕਿ ਅੱਗੇ ਤੋਂ ਉਹ ਇੱਕ ਹੱਦ ਵਿੱਚ ਰਹਿਣ। ਇਸ ਤੋਂ ਬਾਅਦ ਉਸਨੇ ਹਲੇਰੀ ਨੂੰ ਮਿਲਣਾ ਘੱਟ ਕਰ ਦਿੱਤਾ। ਇਸ ਦੌਰਾਨ ਰਾਵੀਆ ਆਪਣੇ ਡੈਡ ਕੋਲ ਕੁਝ ਦਿਨਾਂ ਲਈ ਆਈ। ਜਿਸ ਦਿਨ ਉਹ ਆਈ ਉਸ ਤੋਂ ਅਗਲੇ ਦਿਨ ਹੀ ਹਲੇਰੀ ਨੇ ਅਜੀਤ ਨੂੰ ਫੋਨ ਕੀਤਾ ਕਿ ਜੇ ਉਹ ਸ਼ਾਮ ਨੂੰ ਵਿਹਲਾ ਹੈ ਤਾਂ ਐਡਵਾਂਸ ਟੈਕਸ ਭਰਨ ਲਈ ਪੇਪਰ ਤਿਆਰ ਕਰਨ ਲਈ ਆ ਜਾਵੇ ਤੇ ਡਿਨਰ ਵੀ ਉਸ ਦੇ ਨਾਲ ਹੀ ਕਰੇ। ਅਜੀਤ ਨੇ ਦੱਸਿਆ ਕਿ ਉਸ ਦੀ ਬੇਟੀ ਆਈ ਹੋਈ ਹੈ, ਇਸ ਲਈ ਉਹ ਨਹੀਂ ਆ ਸਕਦਾ। ਇਹ ਸੁਣ ਕੇ ਹਲੇਰੀ ਨੇ ਕਿਹਾ ਕਿ ਫਿਰ ਤਾਂ ਉਹ ਰਾਵੀਆ ਨੂੰ ਵੀ ਨਾਲ ਲੈ ਆਵੇ, ਉਹ ਵੀ ਰਾਵੀਆ ਨੂੰ ਮਿਲ ਲਵੇਗੀ। ਅਜੀਤ ਮੰਨ ਗਿਆ। ਫੋਨ ਬੰਦ ਕਰਨ ਤੋਂ ਬਾਅਦ ਉਸਨੇ ਰਾਵੀਆ ਨੂੰ ਦੱਸਿਆ ਕਿ ਸ਼ਾਮ ਨੂੰ ਤਿਆਰ ਹੋ ਜਾਵੇ। ਉਸ ਦੀ ਇੱਕ ਕਲਾਇੰਟ ਨੇ ਉਹਨਾਂ ਨੂੰ ਡਿਨਰ 'ਤੇ ਬੁਲਾਇਆ ਤੇ ਕੁਝ ਕੰਮ ਵੀ ਹੈ। ਸ਼ਾਮ ਨੂੰ ਜਾਣ ਵੇਲੇ ਅਜੀਤ ਨੇ ਰਾਵੀਆ ਨੂੰ ਹਲੇਰੀ ਸੰਬੰਧੀ ਸੰਖੇਪ ਵਿੱਚ ਦੱਸ ਦਿੱਤਾ। ਹਲੇਰੀ ਰਾਵੀਆ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਅਜੀਤ ਐਡਵਾਂਸ ਟੈਕਸ 'ਤੇ ਆਨਲਾਈਨ ਪੇਪਰ ਭਰਦਾ ਰਿਹਾ ਤੇ ਰਾਵੀਆ ਤੇ ਹਲੇਰੀ ਦੋਵੇਂ ਆਪਸ ਵਿੱਚ ਗੱਲਾਂ ਵਿੱਚ ਰੁੱਝ ਗਈਆਂ। ਰਾਵੀਆ ਨੇ ਦੱਸਿਆ ਕਿ ਉਸਨੂੰ ਆਪਣੇ ਡੈਡ ਦਾ ਬਹੁਤ ਫਿਕਰ ਰਹਿੰਦਾ ਹੈ। ਮੰਮਾ ਤੋਂ ਬਾਅਦ ਇਕੱਲੇ ਹੋਏ ਗਏ ਹਨ। ਉਹ ਮੰਮ ਨੂੰ ਬਹੁਤ ਮਿਸ ਕਰਦੇ ਨੇ।
ਉਸ ਦੀ ਪ੍ਰੋਬਲਮ ਇਹ ਹੈ ਕਿ ਨਾ ਉਹ ਡੈਡ ਕੋਲ ਰਹਿ ਸਕਦੀ ਹੈ ਅਤੇ ਨਾ ਹੀ ਡੈਡ ਆਪਣਾ ਕੰਮ ਛੱਡ ਕੇ ਉਸ ਕੋਲ ਆ ਸਕਦੇ ਹਨ। ਉਸਨੇ ਹਲੇਰੀ ਨੂੰ ਕਿਹਾ ਕਿ ਉਹ ਵੀ ਡੈਡ ਦਾ ਧਿਆਨ ਰੱਖੇ। ਉਹ ਹਲੇਰੀ ਨੂੰ ਫੋਨ ਵੀ ਕਰਦੀ ਰਹੇਗੀ। ਰਾਵੀਆ ਨੂੰ ਹਲੇਰੀ ਦਾ ਸੁਭਾਅ ਬਹੁਤ ਵਧੀਆ ਲੱਗਿਆ। ਅਚਾਨਕ ਉਸਦੇ ਮੋਬਾਈਲ ਦੀ ਆਵਾਜ਼ ਨੇ ਉਸਦੇ ਖਿਆਲਾਂ ਦੀ ਲੜੀ ਤੋੜ ਦਿੱਤੀ। ਉਸਨੇ ਮੋਬਾਈਲ ਵੱਲ ਦੇਖਿਆ ਤਾਂ ਇਸ ਵਾਰ ਰਾਵੀਆ ਦਾ ਫੋਨ ਸੀ। ਉਸਨੇ ਮੋਬਾਈਲ ਚੁੱਕ ਕੇ ਹੈਲੋ ਕਿਹਾ। ਡੈਡ, ਤੁਸੀਂ ਕਿੱਥੇ ਹੋ? ਠੀਕ ਤਾਂ ਹੋ? ਹਾਂ ਬੇਟਾ, ਮੈਂ ਬਿਲਕੁਲ ਠੀਕ ਹਾਂ। ਕੀ ਗੱਲ, ਤੂੰ ਘਬਰਾਈ ਹੋਈ ਕਿਉਂ ਹੈ? ਮੈਂ ਘਰ ਹਾਂ। ਤੁਸੀਂ ਹਲੇਰੀ ਆਂਟੀ ਦਾ ਫੋਨ ਕਿਉਂ ਨਹੀਂ ਅਟੈਂਡ ਕਰ ਰਹੇ? ਕੀ? ਹਲੇਰੀ ਆਂਟੀ ਨਾਲ ਗੱਲ ਕਿਉਂ ਨਹੀਂ ਕਰ ਰਹੇ ਹੋ? ਅਜੀਤ ਕੁਝ ਨਾ ਬੋਲਿਆ। ਹਾਂ ਡੈਡ, ਹਲੇਰੀ, ਉਸ ਦਾ ਮੈਨੂੰ ਫੋਨ ਆਇਆ ਹੈ ਕਿ ਉਹ ਕਿੰਨੀ ਦੇਰ ਤੋਂ ਤੁਹਾਨੂੰ ਫੋਨ ਕਰ ਰਹੀ ਹੈ, ਪਰ ਤੁਸੀਂ ਉਹਨਾਂ ਦਾ ਫੋਨ ਨਹੀਂ ਅਟੈਂਡ ਕਰ ਰਹੇ। ਡੈਡ, ਟਰਾਈ ਟੂ ਅੰਡਰਸਟੈਂਡ। ਹਲੇਰੀ ਟੋਲਡ ਮੀ ਐਵਰੀਥਿੰਗ। ਓ ਨੋ ਡੈਡ, ਪਲੀਜ਼ ਲਿਸਨ। I know very well that your love and affection toward mom was beyond comparison. I appreciate that, and for that I am proud of you. But now try to change according to the circumstances. I am always worried about you but cannot do anything. ਅਜੀਤ ਨੇ ਰਾਵੀਆ ਦੀ ਗੱਲ ਕੱਟ ਤੇ ਕਿਹਾ। ਰਾਵੀਆ, ਮੇਰਾ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਮੈਂ ਠੀਕ ਹਾਂ। ਡੈਡ, ਮੇਰੀ ਮਜਬੂਰੀ ਹੈ ਕਿ ਤੁਸੀਂ ਮੇਰੇ ਕੋਲ ਨਹੀਂ ਰਹਿ ਸਕਦੇ। ਪਹਿਲਾਂ ਮੈਂ ਸੋਚ ਰਹੀ ਸੀ ਕਿ ਕੁਝ ਦਿਨਾਂ ਲਈ ਤੁਹਾਡੇ ਕੋਲ ਆਵਾਂਗੀ, ਪਰ ਅੱਜ ਹੀ ਮੈਨੂੰ ਮੈਥਿਊ ਨੇ ਸਰਪ੍ਰਾਈਜ਼ ਦਿੱਤਾ ਕਿ 2 ਦਿਨਾਂ ਬਾਅਦ ਅਸੀਂ ਸਵਿਟਜ਼ਰਲੈਂਡ ਜਾ ਰਹੇ ਹਾਂ। ਮੇਰਾ ਰਿਜ਼ਲਟ ਆ ਗਿਆ। ਇੱਕ ਲਾਅ ਫਰਮ ਵਿੱਚ ਮੇਰੀ ਸਿਲੈਕਸ਼ਨ ਵੀ ਹੋ ਗਈ ਹੈ। ਸਵਿਟਜ਼ਰਲੈਂਡ ਤੋਂ ਆ ਕੇ ਮੇਰੀ ਉਹ ਸੈਰੇਮਨੀ ਹੈ। ਫॉर celebrating this big event of my life, he is taking me to Switzerland. Then go ahead with your program. I am proud of you. ਜੇ ਅੱਜ ਤੇਰੇ ਮੰਮਾ ਵੀ ਹੁੰਦੇ, ਉਹਨਾਂ ਨੇ ਕਿੰਨਾ ਖੁਸ਼ ਹੋਣਾ ਸੀ। ਇਹ ਕਹਿੰਦੇ ਅਜੀਤ ਦਾ ਗੱਜ ਭਰ ਆਇਆ। ਆਈ ਨੋ ਡੈਡ, ਪਰ ਡੈਡ ਸੁਣੋ, ਮੈਂ ਮੈਥਿਊ ਨਾਲ ਵੀ ਤੁਹਾਡੇ ਤੇ ਹਲੇਰੀ ਬਾਰੇ ਡਿਸਕਸ ਕੀਤਾ ਐਂਡ ਹੀ ਇਜ਼ ਵੈਰੀ ਹੈਪੀ ਇਫ ਯੂ ਬੋਥ ਡਿਸਾਈਡਸ ਟੂ ਸਟਾਰਟ ਏ ਨਿਊ ਲਾਈਫ ਐਂਡ ਪਲੀਜ਼ ਗੋ ਅਹੈਡ। ਜੇ ਤੁਸੀਂ ਹਲੇਰੀ ਆਂਟੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰੋ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਲੋਕਾਂ ਬਾਰੇ ਨਾ ਸੋਚੋ ਕਿ ਉਹ ਕੀ ਕਹਿਣਗੇ। ਟਰਾਈ ਟੂ ਲਿਵ ਇਨ ਦਾ ਪ੍ਰੈਜ਼ੈਂਟ। ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ ਜੇ ਮੇਰੀ ਉਸ ਸੈਰੇਮਨੀ ਵੇਲੇ ਤੁਸੀਂ ਅਤੇ ਹਲੇਰੀ ਇਕੱਠੇ ਸ਼ਾਮਲ ਹੋਵੋ। ਪਰ ਰਾਵੀਆ, ਡੈਡ ਨੋ ਇਫ ਬਟ ਮੇਰੇ ਕੋਲ ਹੁਣ ਟਾਈਮ ਨਹੀਂ। ਮੈਂ ਸਵਿਟਜ਼ਰਲੈਂਡ ਜਾਣ ਲਈ ਪੈਕਿੰਗ ਕਰਨੀ ਹੈ। ਹੁਣ ਹੀ ਹਲੇਰੀ ਆਂਟੀ ਨੂੰ ਫੋਨ ਕਰੋ, ਜਾਂ ਜੇ ਉਹਨਾਂ ਦਾ ਫੋਨ ਆਵੇ ਤਾਂ ਉਹਨਾਂ ਨਾਲ ਗੱਲ ਕਰੋ। ਬਾਏ, ਟੇਕ ਕੇਅਰ, ਬੀ ਹੈਪੀ ਵਿਦ ਯੂਅਰ ਨਿਊ ਫਰੈਂਡ। ਇਹ ਕਹਿ ਕੇ ਰਾਵੀਆ ਨੇ ਫੋਨ ਕੱਟ ਦਿੱਤਾ। ਅਜੀਤ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਉਸਨੇ ਸੀਮਾ ਦੀ ਫੋਟੋ ਇੱਕ ਵਾਰ ਹੱਥ ਵਿੱਚ ਫੜ ਲਈ। ਉਸੇ ਸਮੇਂ ਉਸਦੇ ਮੋਬਾਈਲ ਦੀ ਬੈਲ ਵੱਜੀ। ਹਲੇਰੀ ਦਾ ਫੋਨ ਸੀ। ਉਸਨੇ ਇੱਕ ਲੰਮਾ ਹੌਕਾ ਲੈ ਕੇ ਸੀਮਾ ਦੀ ਫੋਟੋ ਵੱਲ ਦੇਖਿਆ ਤੇ ਦੂਜਾ ਹੱਥ ਮੋਬਾਈਲ ਵੱਲ ਵਧਾਇਆ। ਧੰਨਵਾਦ।